वाहिगुरु जी का खालसा वाहिगुरु जी की फतेह। सतनाम श्री वाहिगुरु साहिब जी। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। तेरे कवन कवन गुण कह कह गावा, तू साहिब गुणी निधाना। तुमरी महिमा बर न सका, तू ठाकुर भगवाना। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन प्रगास। बाणी गुरु गुरु है बाणी, विच बाणी अमृत सारी। गुरबाणी का सेवक जन माना, पर तख गुरु निस्तारी। सतनाम जी श्री वाहिगुरु साहिब जी। सबर मंज कमान, ये सबर का नीहणो। सबर संदा बाण, खालक खता ना करी। सबर अंदर साबरी, तन इवै जालेन। होन नजीक खुदाई दा, भेत न किसै देना। सबर इहो सुआओ, जेतू बंदा दड़क रहा। वद थी वह दरियाओ, टुट न थी वह वाहड़ा। फरीदा दरवेशी गखड़ी, चोपड़ी प्रीत। इकन किन चालिया, दरवेसाई रीत। तन तपै तनूर ज्यों, बालन हड बलन। पैरी थका सिर जुला, जेम पिरी मिलाना। तन ना तपाए तनुर ज्यों, बालन हड ना बाल। सिर पैरी क्या फेड़िया, अंदर पिरी निहाल।
ਹਾਂ ਢੂੰਢਦੀ ਸਜਣਾ ਸਜਣ ਮੈਡੇ ਨਾਲ, ਨਾਨਕ ਅਲਖ ਨ ਲਖੀਐ, ਗੁਰਮੁਖ ਦੇ ਦਿਖਾਲ। ਹਉ ਢੂੰਢਦੀ ਸਜਣਾ ਸਜਣ ਮੈਡੇ ਨਾਲ, ਨਾਨਕ ਅਲਖ ਨ ਲਖੀਐ, ਗੁਰਮੁਖ ਦੇ ਦਿਖਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪਾਤਸ਼ਾਹਾਂ ਦੇ ਪਾਤਸ਼ਾਹ, ਗੁਰਤਾ ਗੁਰਗੱਦੀ ਤੇ ਸੁਭਾਏਮਾਨ, ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਜੀ ਦੀ ਆਤਮਿਕ ਜੋਤ ਸਰੂਪ, ਜਿਨ੍ਹਾਂ ਦੇ ਪਵਿੱਤਰ ਔਰ ਪਾਵਨ ਚਰਨ ਕਮਲਾਂ ਵਿਖੇ ਆਪ ਸਭ ਸੰਗਤ ਸੁਭਾਏਮਾਨ ਹੋ ਜੁੜ ਬੈਠੇ ਹੋ। ਪਵਿੱਤਰ ਸ਼ਬਦ ਦੇ ਰਾਹੀਂ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਆਪ ਸਭ ਸੰਗਤਾਂ ਨੇ ਸਰਵਣ ਕੀਤਾ ਹੈ। 115 ਨੰਬਰ ਸਲੋਕ ਤੋਂ ਲੈ ਕੇ 121 ਨੰਬਰ ਸਲੋਕ ਤੱਕ ਪਾਠ ਆਪ ਸਭ ਸੰਗਤ ਨੇ ਸਰਵਣ ਕੀਤਾ ਜੀ। ਬਾਬਾ ਫਰੀਦ ਜੀ ਨੇ ਇਹਨਾਂ ਸਲੋਕਾਂ ਦੇ ਰਾਹੀਂ ਸਦਕ ਸਬਰ ਦੀ ਵਿਚਾਰਧਾਰਾ ਨੂੰ ਸਾਡੇ ਸਨਮੁਖ ਰੱਖਣ ਦਾ ਯਤਨ ਕੀਤਾ ਹੈ ਕਿ ਸਬਰ ਵਾਲਾ ਹਮੇਸ਼ਾ ਹੀ ਆਪਣੇ ਕੋਲ ਇੱਕ ਇਹੋ ਜਿਹਾ ਹਥਿਆਰ ਤਿਆਰ ਕਰਕੇ ਰੱਖਦਾ ਹੈ ਜੋ ਦੁਨੀਆ ਦੇ ਸੰਸਾਰ ਦੇ ਦੁੱਖਾਂ ਦੇ ਨਾਲ ਲੜਨ ਵਾਸਤੇ, ਸੰਸਾਰ ਦੇ ਵਿਕਾਰਾਂ ਨਾਲ ਲੜਨ ਵਾਸਤੇ ਔਰ ਸੰਸਾਰ ਦੀ ਹਰੇਕ ਮਨ ਨੂੰ ਮੋਹ ਲੈਣ ਵਾਲੀ ਵਸਤੂ ਦੇ ਨਾਲ ਲੜਨ ਵਾਸਤੇ ਆਪਣੇ ਕੋਲ ਉਹ ਹਥਿਆਰ ਤਿਆਰ ਬਰ ਤਿਆਰ ਰੱਖਦਾ। ਸਬਰ ਵਾਲਾ ਉਹਦੇ ਅੰਦਰ ਕੋਈ ਲਾਲਸਾ ਨਹੀਂ ਹੁੰਦੀ, ਉਹਦੇ ਅੰਦਰ ਸੰਸਾਰੀ ਵਸਤੂਆਂ ਦਾ ਮੋਹ ਨਹੀਂ ਹੁੰਦਾ। ਉਹ ਦੁਨੀਆ ਦੇ ਪਦਾਰਥਾਂ ਨੂੰ ਬਿਲਕੁਲ ਮੋਹ ਲੋਭ ਆਦਿਕ ਇਹਨਾਂ ਔਗੁਣਾਂ ਤੋਂ ਪਰੇ ਰੱਖ ਕਰਕੇ ਹੀ ਉਹਨਾਂ ਦੀ ਵਰਤੋਂ ਕਰਦਾ, ਇਸਤੇਮਾਲ ਕਰਦਾ ਹੈ। ਔਰ ਹਮੇਸ਼ਾ ਸਬਰ, ਸਦਕ ਔਰ ਪਰਮਾਤਮਾ ਦੀ ਭੈ ਭਾਵਨੀ ਦੇ ਵਿੱਚ ਰਹਿ ਕਰਕੇ ਜੀਵਨ ਦਾ ਨਿਰਵਾਹ ਬੜੇ ਵਧੀਆ ਢੰਗ ਦੇ ਨਾਲ ਕਰਦਾ। ਸਬਰ ਦੀ ਮਿਸਾਲ ਹੋਏ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਵੀ ਸਬਰ ਦੇ ਨਾਮ ਦੇ ਝਲਕਾਰੇ ਪੈਂਦੇ ਨੇ। ਪਦਾਰਥਾਂ ਦੇ ਲੋਭ ਮੋਹ ਤਿਆਗਣ ਦੀ ਗੱਲ ਹੋਈ ਹੈ ਔਰ ਪਰਮਾਤਮਾ ਦੀ ਬੰਦਗੀ ਸਬਰ ਸਦਕ ਦੇ ਨਾਲ ਕਰਨ ਦਾ ਸਿਧਾਂਤ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ। ਸਮੁੱਚਾ ਜੀਵਨ ਜੀ ਉਹਨਾਂ ਦਾ ਵਿਚਾਰੀਏ
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਘਰ ਦੇ ਵਿੱਚੋਂ ਸਭ ਤੋਂ ਛੋਟੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਨੇ। ਵੇਖੋ ਸਮਾਂ ਹਮੇਸ਼ਾ ਹੀ ਆਪਣੀ ਚਾਲ ਦੇ ਮੁਤਾਬਕ ਚੱਲੀ ਜਾਂਦਾ ਹੈ, ਪਰ ਉਸ ਸਮੇਂ ਦੀ ਚਾਲ ਦੇ ਮੁਤਾਬਕ ਜੋ ਚੱਲਦੇ ਨੇ ਉਹਨਾਂ ਦੇ ਅੰਦਰ ਸੰਗਤ ਜੀ ਕਿਤਨਾ ਕੋ ਸਬਰ, ਕਿਤਨਾ ਕੋ ਪ੍ਰੇਮਾ ਭਗਤੀ ਹੋਵੇਗੀ, ਉਹ ਅਸੀਂ ਸ਼ਬਦਾਂ ਰਾਹੀਂ ਬਿਆਨ ਵੀ ਨਹੀਂ ਕਰ ਸਕਦੇ। ਦੇਖੋ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਸਭ ਤਰ੍ਹਾਂ ਦੇ ਗੁਣ ਸਿੱਖੇ ਨੇ, ਭਗਤੀ ਭਾਵ ਸਿੱਖਿਆ, ਸਬਰ ਵਿੱਚ ਰਹਿਣਾ ਸਿੱਖਿਆ। ਜਦੋਂ ਗੁਰੂ ਪਾਤਸ਼ਾਹ ਨੇ ਪ੍ਰੇਮਾ ਭਗਤੀ ਵੱਲ ਆਇਆ ਉਧਰ ਲੱਗ ਗਏ, ਸ਼ਸਤਰ ਵਿਦਿਆ ਸਿਖਾਉਣ ਵਾਲੇ ਪਾਸੇ ਲਾਇਆ ਉਧਰ ਲੱਗ ਗਏ। ਸ਼ਸਤਰ ਵਿਦਿਆ ਦੇ ਵਿੱਚ ਮਹਾਰਤ ਹਾਸਲ ਕਰਕੇ ਤੇਗ ਬਹਾਦਰ ਦਾ ਨਾਮ ਕਰਤਾਰਪੁਰ ਦੀ ਜੰਗ ਦੇ ਵਿੱਚ ਉਹਨਾਂ ਨੂੰ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ। ਵੇਖੋ ਤਲਵਾਰ ਵੀ ਚਲਾਈ, ਤੇਗ ਦੇ ਜ਼ੋਹਰ ਵੀ ਵਿਖਾਏ, ਸਮੇਂ ਦੀ ਚਾਲ। ਫਿਰ ਇੱਕਦਮ ਆਦੇਸ਼ ਹੋਇਆ, ਚਲੇ ਜਾਓ ਕਿੱਥੇ ਬਾਬੇ ਬਕਾਲੇ। ਪਿਤਾ ਦੇ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਕੋਈ ਕਿਸੇ ਤਰ੍ਹਾਂ ਦਾ ਹੱਕ ਨਹੀਂ ਜਤਾਇਆ, ਕੋਈ ਇਹ ਨਹੀਂ ਕਿਹਾ ਵੀ ਇਹ ਕੁਝ ਮੈਨੂੰ ਮਿਲਣਾ ਚਾਹੀਦਾ। ਵੇਖੋ ਸਬਰ ਦੇ ਅਧੀਨ, ਸਬਰ ਦੇ ਵਸ ਵਿੱਚ ਹੋ ਕਰਕੇ ਪਿਤਾ ਦਾ ਹੁਕਮ ਮੰਨਦੇ ਹੋਏ ਕਿੱਥੇ ਆ ਗਏ ਬਾਬੇ ਬਕਾਲੇ। ਸਮੇਂ ਦੀ ਚਾਲ, ਸਮੇਂ ਦਾ ਅਨੁਸਾਰੀ ਹੋਣਾ ਔਰ ਪਿਤਾ ਦੇ ਹੁਕਮ ਨੂੰ ਮੰਨਣਾ। ਇਹ ਨਹੀਂ ਕਿਹਾ ਵੀ ਉੱਥੇ ਕਿਉਂ ਭੇਜਦੇ ਪਏ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪ੍ਰਿਥੀ ਚੰਦ ਵਰਗੇ ਤੁਰੰਤ ਕਹਿ ਦਿੰਦੇ ਸਨ, ਧੀਰਮਲ ਵਰਗੇ, ਰਾਮ ਰਾਏ ਵਰਗੇ ਗੱਦੀ ਨਾ ਮਿਲਣ ਤੇ ਤੁਰੰਤ ਕਹਿ ਦਿੰਦੇ ਸਨ। ਸੋ ਸਬਰ ਵਾਲੀ ਬਿਰਤੀ ਹੋਣੀ ਬੜੀ ਔਖੀ ਹੈ, ਪਰ ਜਿਹਦੇ ਵਿੱਚ ਹੋ ਗਈ ਉਹਦੇ ਅੰਦਰ ਫਿਰ ਲਾਲਸਾ ਨਹੀਂ ਰਹਿੰਦੀ, ਮੋਹ ਨਹੀਂ ਰਹਿੰਦਾ, ਪਦਾਰਥਾਂ ਦਾ ਕੇਵਲ ਸੁੱਖ ਨਹੀਂ ਰਹਿੰਦਾ। ਉਹ ਸਮੇਂ ਦੀ ਨਜ਼ਾਕਤ ਅਨੁਸਾਰ, ਸਮੇਂ ਦੀ ਚਾਲ ਅਨੁਸਾਰ ਚੱਲਦੇ ਨੇ ਤੇ ਰੱਬ ਦੀ ਬੰਦਗੀ ਭਾਣੇ ਵਿੱਚ ਰਹਿ ਕੇ ਕਰਦੇ ਕਿ ਜਦੋਂ ਹੁਕਮ ਹੋਏਗਾ ਪਰਮਾਤਮਾ ਦਾ, ਜਦੋਂ ਸਤਿਗੁਰਾਂ ਦੀ ਰਜ਼ਾ ਹੋਏਗੀ, ਉਦੋਂ ਅਗਲਾ ਜਿਹੜਾ ਹੁਕਮ ਹੋਏਗਾ ਉਹਦੇ ਮੁਤਾਬਿਕ ਚੱਲਣਾ। ਤੇ ਸਬਰ ਦੀ ਮਿਸਾਲ ਕੌਣ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ। ਇੰਨਾ ਸਬਰ, ਇੰਨਾ ਸਦਕ, ਇੰਨੀ ਸਾਦਗੀ, ਇੰਨੀ ਪ੍ਰੇਮਾ ਭਗਤੀ, ਇੰਨਾ ਆਪਣੇ ਪਿਤਾ ਦੇ ਹੁਕਮ ਨੂੰ ਅਖੀਰਲੇ ਵਚਨਾਂ ਤੱਕ ਮੰਨਿਆ। ਜਦ ਤੱਕ ਉਹ ਅਗਲਾ ਹੁਕਮ ਨਹੀਂ ਆਇਆ ਬਾਬਾ ਬਕਾਲੇ, ਉਨੀ ਦੇਰ ਤੱਕ ਬਾਬਾ ਬਕਾਲੇ ਹੀ ਰਹੇ, ਉਨੀ ਦੇਰ ਤੱਕ ਉੱਥੇ ਹੀ ਰਹੇ। ਸਤਿਗੁਰੂ ਜੀ ਅਨੰਨ ਸ਼ਰਧਾ ਭਾਵਨਾ ਨਾਲ ਭਗਤੀ ਬੰਦਗੀ ਕਰਦੇ ਰਹੇ। ਬਹੁਤ ਸਮਾਂ ਗੁਰੂ ਦੇ ਚਰਨਾਂ ਵਿੱਚ ਬਤੀਤ ਕੀਤਾ। ਜੀਵਨ ਦੇ 14 ਸਾਲ ਤੱਕ ਗੁਰੂ ਦੇ ਚਰਨਾਂ ਵਿੱਚ ਰਹੇ ਨੇ। ਫਿਰ ਸਤਿਗੁਰਾਂ ਤੋਂ ਹੁਕਮ ਲੈ ਕਰਕੇ ਬਾਬੇ ਬਕਾਲੇ ਰਹੇ ਨੇ। ਫਿਰ ਬਾਬੇ ਬਕਾਲੇ ਅਗਲਾ ਹੁਕਮ ਹੋਇਆ। ਸੰਗਤ ਜੀ, ਤੇਗ ਬਹਾਦਰ ਜੀ ਬਾਬੇ ਬਕਾਲੇ ਰਹਿ ਕੇ ਭਗਤੀ ਕਰਦੇ ਸਨ। ਕਦੀ ਕਦੀ ਬਾਹਰ ਆ ਕੇ ਗੁਰਬਾਣੀ ਤੇ ਗੁਰਮਤਿ ਦਾ ਪ੍ਰਚਾਰ ਵੀ ਕਰਿਆ ਕਰਦੇ ਸਨ। ਆਸ-ਪਾਸ ਦੇ ਇਲਾਕੇ ਵਾਲੇ ਉਹਨਾਂ ਨੂੰ ਜਾਣਦੇ ਸਨ, ਕਿਉਂਕਿ ਇਹ ਜਿਹੜਾ ਬਕਾਲਾ ਪਿੰਡ ਸੀ ਨਾ,
ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਹੁਰਿਆਂ ਦਾ ਪਿੰਡ ਸੀ। ਮਾਤਾ ਨਾਨਕੀ ਜੀ ਜੋ ਸਨ ਉਹ ਇਸੇ ਨਗਰ ਦੇ ਸਨ। ਇਸ ਕਰਕੇ ਇਹ ਤੇਗ ਬਹਾਦਰ ਜੀ ਦੇ ਨਾਨਕਾ ਘਰ ਸੀ, ਨਾਨਕਾ ਪਰਿਵਾਰ ਸੀ, ਨਾਨਕਿਆਂ ਦਾ ਪਿੰਡ ਸੀ। ਸੋ ਇੱਥੇ ਆ ਕੇ ਬੰਦਗੀ ਕਰਦੇ, ਕਦੀ ਕਦੀ ਬਾਹਰ ਨਿਕਲ ਕੇ ਗੁਰਬਾਣੀ ਗੁਰਮਤਿ ਦਾ ਪ੍ਰਚਾਰ ਵੀ ਕਰਦੇ। ਸੋ ਰਹੀ ਵਿਚਾਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਾਰਚ ਦੇ ਮਹੀਨੇ 1664 ਈਸਵੀ ਦੇ ਵਿੱਚ 1656 ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਹੋਇਆ। 1661 ਦੇ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਗੱਦੀ ਬਖਸ਼ੀ ਤੇ 1664 ਵਿੱਚ ਦਿੱਲੀ ਦੇ ਅਸਥਾਨ ਤੇ ਉਸ ਨਿਰੰਕਾਰ ਦੇ ਇਲਾਹੀ ਅਗੰਮੀ ਹੁਕਮ ਨੂੰ ਮੰਨਦੇ ਹੋਏ ਨਾਸ਼ਵੰਤ ਸੰਸਾਰ ਦੇ ਵਿੱਚ ਇਸ ਤਨ ਰੂਪੀ ਚੋਲੇ ਨੂੰ ਜਦੋਂ ਤਿਆਗਣ ਦਾ ਸਮਾਂ ਆਇਆ, ਤਦ ਸਿੱਖ ਸੰਗਤਾਂ ਨੇ ਇੱਕ ਬੇਨਤੀ ਕੀਤੀ, ਅਰਜ਼ ਕੀਤੀ। ਕਹਿੰਦੇ ਪਾਤਸ਼ਾਹ ਜੀਓ ਅਗਲਾ ਗੁਰੂ ਕੌਣ? ਸਿੱਖ ਸੰਗਤਾਂ ਕਿਤੇ ਭਰਮ ਭੁਲੇਖਿਆਂ ਦੇ ਵਿੱਚ ਸੱਚੇ ਗੁਰੂ ਨੂੰ ਛੱਡ ਕੇ ਝੂਠੇ ਗੁਰੂਆਂ ਦੇ ਲੜਨਾ ਲੱਗੇ ਰਹਿਣ, ਸੱਚੇ ਗੁਰੂ ਦੀ ਸ਼ਰਨ ਨੂੰ ਛੱਡ ਕੇ ਝੂਠ ਦਾ ਪੱਲਾ ਨਾ ਪਕੜੀ ਬੈਠਣ। ਤਾਂ ਸਤਿਗੁਰੂ ਜੀ ਅਗਲਾ ਮਾਰਗ ਦਰਸ਼ਕ ਕਰਕੇ ਹੁਕਮ ਕਰੋ, ਆਦੇਸ਼ ਕਰੋ। ਤਦ ਸਤਿਗੁਰਾਂ ਨੇ 5 ਪੈਸੇ ਨਾਰੀਅਲ ਲੈ ਕਰਕੇ ਅਗਲਾ ਹੁਕਮ ਕੀਤਾ, ਬਾਬਾ ਬਕਾਲੇ। ਤੇ ਸਤਿਗੁਰੂ ਜੀ ਇਸ ਨਾਸ਼ਵੰਤ ਸੰਸਾਰ ਨੂੰ ਤਿਆਗ ਕੇ ਚਲੇ। ਕਹਿੰਦੇ ਉਦੋਂ ਭਾਈ ਦਰਗਾਹ ਮੱਲ ਜੀ ਹੋਏ ਨੇ ਮੁਖੀ ਸਿੱਖਾਂ ਦੇ ਵਿੱਚੋਂ। ਦਿੱਲੀ ਦੇ ਵਿੱਚ ਉਹ ਗੁਰੂ ਸਾਹਿਬ ਦੇ ਨਾਲ ਵੀ ਰਹੇ ਨੇ। ਸਤਿਗੁਰਾਂ ਨੇ ਜਦੋਂ ਇਹ ਬਚਨ ਕੀਤੇ ਨੇ, ਭਾਈ ਦਰਗਾਹ ਮੱਲ ਜੀ ਨੇ ਇਹ ਬਚਨ ਆਪਣੇ ਕੰਨਾਂ ਨਾਲ ਸੁਣੇ ਨੇ। ਸਤਿਗੁਰਾਂ ਨੇ ਜਿਹੜੀਆਂ ਵਸਤਾਂ ਦਿੱਤੀਆਂ ਨੇ ਉਹਨਾਂ ਨੂੰ ਇੱਕ ਥਾਲ ਦੇ ਵਿੱਚ ਰੱਖਿਆ। ਸਤਿਗੁਰਾਂ ਦੇ ਅੰਤਮ ਸਾਰੇ ਕਰਮ ਨਿਭਾਏ ਨੇ ਤੇ ਅੰਤਮ ਕਰਮ ਨਿਭਾਉਣ ਤੋਂ ਬਾਅਦ ਦਿੱਲੀ ਦੀਆਂ ਸੰਗਤਾਂ ਨੂੰ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਧੰਨਵਾਦ ਦਿੰਦੇ ਹੋਏ ਉਹਨਾਂ ਨੇ ਚਾਲੇ ਪਾਏ ਨੇ ਬਾਬੇ ਬਕਾਲੇ ਵੱਲ। ਤੇ ਇਧਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮੁਖ ਤੋਂ ਇਹ ਬਚਨ ਨਿਕਲਿਆ, ਅਗਲਾ ਗੁਰੂ ਬਾਬੇ ਬਕਾਲੇ, ਸਿੱਧਾ ਸਪਸ਼ਟ ਨਹੀਂ ਕਿਹਾ, ਪਰ ਉਹਨਾਂ ਦੇ ਬਚਨਾਂ ਦੇ ਵਿੱਚ ਇੰਨੀ ਕੁ ਸਚਾਈ ਹੈ, ਇੰਨਾ ਕੁ ਸੱਚ ਹੈ। ਜਿਹੜੇ ਬਚਨ ਤੇਗ ਬਹਾਦਰ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ ਸਨ ਕਿ ਬਾਬੇ ਬਕਾਲੇ ਚੱਲੋ, ਅਗਲਾ ਆਦੇਸ਼ ਉੱਥੇ ਮਿਲੇਗਾ। ਗੁਰੂ ਸਾਹਿਬ ਬਿਨਾਂ ਹੀਲ ਹੁਜਤ ਦੇ ਉੱਥੇ ਗਏ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਦੇ ਹੋਏ ਔਰ ਸਮੇਂ ਦੀ ਨਜ਼ਾਕਤ ਚਾਲ ਨੂੰ ਸਮਝਦੇ। ਦੇਖੋ ਇੱਕ ਹੋਰ ਧਿਆਨ ਦੇਣ ਯੋਗ ਗੱਲ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਬਣਾਏ ਨੇ, ਗੁਰਗੱਦੀ ਤੇ ਸੁਭਾਇਮਾਨ ਕੀਤਾ। ਤੇਗ ਬਹਾਦਰ ਜੀ ਉਹਨਾਂ ਦੇ ਚਾਚਾ ਜੀ ਵਜੋਂ ਰਿਸ਼ਤੇ ਦੇ ਰੂਪ ਵਿੱਚ ਲੱਗਦੇ ਸਨ, ਪਰ ਕੋਈ ਹੱਕ ਨਹੀਂ ਜਤਾਇਆ। ਅਗਲਾ ਹੁਕਮ ਗੁਰੂ ਸਾਹਿਬ ਜੀ ਦਾ ਉੱਥੇ ਨਹੀਂ। ਇਹ ਸਬਰ ਦੀ ਪਰਖ ਹੈ, ਸਬਰ ਤੇ ਟਿਕਣਾ, ਸਬਰ ਤੇ ਠਹਿਰਾ ਕਰਨਾ। ਬਾਬਾ ਫਰੀਦ ਜੀ ਕਹਿੰਦੇ ਸਬਰ ਮੰਝ ਕਮਾਨ ਇਹ ਸਬਰ ਕਾ ਨਹੀਂ ਹਨੋ। ਸਬਰ ਦਾ ਕਮਾਨ ਹੋਵੇ, ਸਬਰ ਦਾ ਹੀ ਚਿੱਲਾ ਹੋਵੇ, ਸਬਰ ਸੰਦਾ ਬਾਣ, ਸਬਰ ਦਾ ਹੀ ਬਾਣ ਹੋਵੇ। ਖਾਲਕ ਖਤਾ ਨਾ ਕਰੀ, ਜਿਹੜਾ ਮਾਲਕ ਹੈ
ਉਹ ਨਿਸ਼ਾਨਾ ਕਦੇ ਖੁੰਝਣ ਨਹੀਂ ਦਿੰਦਾ। ਜੇ ਸਬਰ ਦਾ ਬਾਣ ਹੈ, ਸਬਰ ਦਾ ਹੀ ਚਿਲਾ ਖਿੱਚਿਆ, ਸਬਰ ਦਾ ਹੀ ਕਮਾਨ ਹੱਥ ਵਿੱਚ ਪਕੜਿਆ, ਫਿਰ ਪਰਮਾਤਮਾ ਨਿਸ਼ਾਨਾ ਖੁੰਝਣ ਨਹੀਂ ਦਿੰਦਾ। ਇੱਥੇ ਸਬਰ ਦੀ ਮਿਸਾਲ ਕੌਣ ਨੇ? ਗੁਰੂ ਤੇਗ ਬਹਾਦਰ। ਬਿਲਕੁਲ ਹੁਕਮ ਮੰਨਦੇ ਹੋਏ ਬੈਠੇ ਨੇ, ਹੁਕਮ ਮੰਨਦੇ ਹੋਏ ਉਹ ਸਤਿਗੁਰਾਂ ਦੇ ਉਹਨਾਂ ਸ਼ਬਦਾਂ ਦੇ ਉੱਤੇ ਪਹਿਰਾ ਦੇ ਰਹੇ ਨੇ ਕਿ ਬਾਬੇ ਬਕਾਲੇ ਚੱਲੋ, ਅਗਲਾ ਆਦੇਸ਼ ਉੱਥੇ ਹੋਵੇ ਜਾਂ ਅਗਲਾ ਹੁਕਮ ਉੱਥੇ ਹੋਵੇ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਗੁਰੂ ਬਣਨ ਦੇ ਸਮੇਂ ਤੱਕ ਉੱਥੇ ਰਹੇ ਨੇ, ਪੂਰੇ ਸਬਰ ਸਾਦਗੀ ਦੇ ਨਾਲ ਪਰਮਾਤਮਾ ਦੇ ਹੁਕਮ ਅਨੁਸਾਰ ਤੇ ਭਜਨ ਬੰਦਗੀ ਕਰਦੇ, ਪਰਮਾਤਮਾ ਦੇ ਨਾਮ ਵਿੱਚ ਸੁਰਤੀ ਜੋੜੀ ਰੱਖੀ ਅਗਲੇ ਹੁਕਮ ਦੇ ਆਉਣ ਤੱਕ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 1644 ਵਿੱਚ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੱਦੀ ਤੇ ਬਿਠਾਇਆ। ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ, ਬਿਲਕੁਲ ਕੋਈ ਹੱਕ, ਕੋਈ ਦਾਵਾ ਨਹੀਂ। ਹਰਿਰਾਏ ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਠਾਇਆ। ਧੀਰਮਲ ਵਰਗਿਆਂ ਨੇ ਬੜਾ ਰੌਲਾ ਪਾਇਆ। ਪਹਿਲਾਂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਤੇ ਬੈਠਣ ਤੇ ਉਦੋਂ ਬੜਾ ਰੌਲਾ ਪਾਇਆ, ਫਿਰ ਜਦੋਂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਿਠਾਇਆ ਉਦੋਂ ਦੋ ਜਾਣੇ ਹੋ ਗਏ, ਇੱਕ ਰਾਮ ਰਾਏ, ਇੱਕ ਧੀਰਮਲ। ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰੋ ਜ਼ਬਰ ਕੀਤਾ ਵੀ ਸਾਨੂੰ ਬਿਠਾ। ਪਰ ਸਤਿਗੁਰੂ ਜੀ ਕਹਿੰਦੇ ਵੀ ਇਹ ਜਿਹੜੀ ਗੱਦੀ ਹੈ ਇਹ ਤਿਆਗ ਔਰ ਸਬਰ ਦਾ ਪ੍ਰਤੀਕ ਹੈ। ਇੱਥੇ ਉਹੀ ਬੈਠ ਸਕਦਾ ਜਿਹੜਾ ਸਿੱਖ ਧਰਮ ਨੂੰ ਵੱਧਦਿਆਂ ਫੁੱਲਦਿਆਂ ਵੇਖੇ, ਜਿਹੜਾ ਆਪਣੇ ਵਾਲੀ ਵੇਖੀ ਜਾਏ, ਆਪਣੇ ਹੀ ਸਰੀਰ ਨੂੰ ਪ੍ਰਤਪਾਲਣ ਵਿੱਚ ਲੱਗਾ ਰਹੇ, ਆਪਣੇ ਧਨ ਪਦਾਰਥ ਇਕੱਠੇ ਕਰਨ ਦੇ ਵਿੱਚ ਲੱਗਾ ਰਹੇ, ਉਹ ਕਦੇ ਵੀ ਇਸ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਦਾ। ਉਹਨੂੰ ਗੁਰਗੱਦੀ ਤੇ ਨਹੀਂ ਬਿਠਾਇਆ ਜਾ ਸਕਦਾ। ਇਹ ਸਬਰ ਔਰ ਸਿਦਕ ਦੀ ਗੱਲ। ਤੇ ਭਾਵੇਂ ਉਹ ਰੌਲਾ ਪਾਉਂਦੇ ਨੇ ਪਰ ਨਹੀਂ ਮਿਲੀ। ਤੀਜੀ ਵਾਰੀ ਫਿਰ ਬਾਬੇ ਬਕਾਲੇ ਦਾ ਹੁਕਮ ਹੋਇਆ। ਦਰਗਾਹ ਮੱਲ ਜੀ ਇਹ ਸਾਰੀਆਂ ਵਸਤਾਂ ਲੈ ਕੇ ਜਦੋਂ ਪਹੁੰਚੇ ਨੇ ਬਾਬੇ ਬਕਾਲੇ ਦੀ ਧਰਤੀ ਤੇ, ਕੀ ਵੇਖਦੇ ਹਨ? ਧੀਰਮਲ ਵਰਗੇ ਉਹ ਸਾਰੇ ਜਿਹੜੇ ਨੇ ਗੱਦੀਆਂ ਲਾ ਕੇ ਬੈਠ ਗਏ। ਸਿੱਖ ਸੰਗਤਾਂ ਬੜੇ ਭਰਮ ਜਾਲ ਦੇ ਵਿੱਚ ਨੇ, ਉਹਨਾਂ ਨੂੰ ਜਾ ਕੇ ਕਰ ਭੇਟਾਵਾਂ ਅਰਪਣ ਕਰਦੀਆਂ ਨੇ, ਕਿਉਂਕਿ ਸੋਢੀ ਨੇ ਦਰਸ਼ਨ ਦਿਦਾਰੇ ਵੀ ਉਹਨਾਂ ਦੇ ਕਰਦੀਆਂ ਨੇ, ਕਿਉਂਕਿ ਸੋਢੀ ਕੁਲ ਦੇ ਵਿੱਚੋਂ ਨੇ, ਗੁਰੂ ਸਪੁੱਤਰਾਂ ਦੇ ਵਜੋਂ ਹਨ। ਪਰ ਸੰਗਤ ਜੀ ਜਿਹੜਾ ਮਨ ਹੈ ਨਾ ਉਹ ਨਹੀਂ ਟਿਕਦਾ। ਮਨ ਦਾ ਟਿਕਾਅ ਉਹਨਾਂ ਨੂੰ ਨਹੀਂ। ਹਿਰਦੇ ਵਿੱਚ ਇਸ ਗੱਲ ਦੀ ਹਮੇਸ਼ਾ ਹੀ ਤਾਂਘ ਲੱਗੀ ਰਹਿੰਦੀ ਵੀ ਉਹ ਗੁਰੂ ਮਿਲੇ ਜਿਹੜਾ ਮਨ ਨੂੰ ਸ਼ਾਂਤ ਕਰਨ ਦੇ, ਟਿਕਾਅ ਦੇ ਵਿੱਚ ਲੈ। ਇਹ ਕੀ ਕਰਦੇ ਨੇ? ਜੋ ਘਰ ਭੇਟਾਵਾਂ ਆਉਂਦੀਆਂ ਨੇ ਚੁੱਕ ਕੇ ਪਾਸੇ ਰੱਖੀ ਜਾਂਦੇ ਨੇ। ਕੋਈ ਕਿਸੇ ਨੂੰ ਸਹਿਜਤਾ ਵਾਲੀ, ਨਾਮ ਵਾਲੀ, ਬਾਣੀ ਵਾਲੀ ਗੱਲ ਨਹੀਂ ਦੱਸਦਾ। ਦੱਸੇਗਾ ਵੀ ਕਿਵੇਂ? ਜੇ ਆਪਣੇ ਕੋਲ ਕੋਈ ਹੋਵੇਗਾ ਤਾਂ ਹੀ ਕਿਸੇ ਨੂੰ ਦੱਸੇ। ਕਹਿੰਦੇ ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਵੇ ਸੁਖ ਮੂੰਹ ਨਾ ਡੋਲੇ। ਜਿਹੜਾ ਛੂਛਾ ਘੱਟ ਨਾ, ਖਾਲੀ ਘੜਾ, ਉਹ ਡੋਲੇਗਾ। ਜਿਹੜਾ ਭਰਿਆ ਹੋਇਆ ਸਬਰ ਦੇ ਨਾਲ ਭਰਪੂਰ ਹੈ, ਟਿਕਾਅ ਦੇ ਵਿੱਚ ਹੈ, ਸਹਿਜਤਾ ਦੇ ਵਿੱਚ ਹੈ, ਉਹ ਕਦੇ ਡੋਲਦਾ ਨਹੀਂ। ਕੋਈ ਸੱਚੀ ਸਿੱਖਿਆ ਦੇਗਾ। ਜਿਹੜਾ ਆਪ ਸਿੱਖਿਆ ਕਿਸੇ ਤੇ ਅਮਲ ਕਰਦਾ ਦੂਜਿਆਂ ਨੂੰ ਤੇ ਉਹੀ ਸਿੱਖਿਆ ਦੇਗਾ। ਜਿਹੜਾ ਆਪ ਕਿਸੇ ਸਿੱਖਿਆ ਤੇ ਅਮਲ ਨਹੀਂ ਕਰਦਾ, ਜੇ ਗੁਰੂ ਨੇ ਉਹਨਾਂ ਨੂੰ ਨਿਵਾਜਣਾ ਹੁੰਦਾ ਤੇ ਪਹਿਲਾਂ ਹੀ ਨਿਵਾਜ ਦੇਣਾ ਸੀ। ਪਹਿਲਾਂ ਹੀ ਉਹਨਾਂ ਨੂੰ ਕਹਿ ਦੇਣਾ ਸੀ ਵੀ ਆਹ ਕੁਝ ਤੁਸੀਂ ਕਰੋ
ਤੁਹਾਨੂੰ ਇਸ ਤਰ੍ਹਾਂ ਕਰਮ ਤੇ ਗੁਰਗੱਦੀ ਮਿਲੇਗੀ ਨਹੀਂ ਸੰਗਤ ਜੀ। ਹਰੇਕ ਪੱਖ ਤੋਂ ਉਹ ਵਾਂਝੇ ਹੀ ਰਹੇ ਨੇ, ਦੂਰ ਹੀ ਰਹੇ। ਫਿਰ ਕਹਿੰਦੇ ਜੀ ਸਿੱਖ ਸੰਗਤਾਂ ਆਈਆਂ, ਮਾਤਾ ਨਾਨਕੀ ਜੀ ਨੂੰ ਵੀ ਮਿਲੀਆਂ। ਇਸ਼ਾਰਾ ਬਿਲਕੁਲ ਸਪਸ਼ਟ ਸੀ, ਪਰ ਕੋਈ ਦ੍ਰਿੜਤਾ ਦੇ ਨਾਲ, ਪਰਪੱਕਤਾ ਦੇ ਨਾਲ ਆ ਕੇ ਗੁਰੂ ਨੂੰ ਇਸ ਤਰ੍ਹਾਂ ਪ੍ਰਤੱਖ ਪ੍ਰਗਟ ਕਰੇ ਕਿ ਗੁਰੂ ਤੇਗ ਬਹਾਦਰ ਜੀ ਹੀ ਗੁਰੂ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੈਸੇ ਬਚਨਾਂ ਨਾਲ ਗੁਰੂ ਤੇ ਬਣ ਗਏ ਨੇ, ਨਿਰਧਾਰਿਤ ਹੋ ਗਏ ਨੇ। ਮਾਤਾ ਨਾਨਕੀ ਜੀ ਨਾਲ ਵਿਚਾਰਾਂ ਕਰਦੇ ਸਨ ਕਿ ਸਿੱਖ ਸੰਗਤ ਜੋ ਹੈ ਭਰਮ ਭੁਲੇਖਿਆਂ ਦੇ ਵਿੱਚ ਪਈ ਹੋਈ ਹੈ, ਦਵੈਤ ਦੇ ਵਿੱਚ ਪਈ ਹੋਈ ਹੈ। ਕਿਵੇਂ ਨਿਕਲੇ, ਕਿਵੇਂ ਪਾਰ ਉਤਾਰਾ ਹੋਵੇ, ਕਿਵੇਂ ਨਿਕਾਲਾ ਹੋਵੇ ਇਹਨਾਂ ਦਾ। ਸਤਿਗੁਰੂ ਕਹਿੰਦੇ ਸਬਰ, ਸਤਿਗੁਰੂ ਕਹਿੰਦੇ ਪਰਮਾਤਮਾ ਦੀ ਰਜ਼ਾ, ਪਰਮਾਤਮਾ ਦਾ ਭਾਣਾ। ਵੇਖੋ ਸਬਰ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਬਰ ਦੀ ਮੂਰਤ, ਸਬਰ ਦਾ ਹੀ ਕਮਾਨ, ਸਬਰ ਦਾ ਹੀ ਚਿਲਾ, ਸਬਰ ਦਾ ਤੀਰ। ਤੇ ਨਿਸ਼ਾਨਾ ਪਰਮਾਤਮਾ ਕਿਵੇਂ ਖੁੰਝਣ ਦੇਵੇ, ਇਹ ਨਿਸ਼ਾਨਾ ਖੁੰਝੇਗਾ ਨਹੀਂ ਕਦੇ। ਖਾਲਕ ਖਤਾ ਨਾ ਕਰੀ, ਪਰਮਾਤਮਾ ਖਤਾ ਨਹੀਂ ਹੋਣ ਦੇਗਾ। ਚਾਹੇ ਬਾਈ ਮੰਜੀਦਾਰ ਬੈਠੇ ਨੇ, ਖਤਾ ਨਹੀਂ ਹੋਣ ਦੇਣੀ। ਚਾਹੇ ਸਿੱਖ ਸੰਗਤਾਂ ਇਸ ਸਮੇਂ ਭਰਮ ਭੁਲੇਖੇ ਦੇ ਵਿੱਚ, ਖਤਾ ਫਿਰ ਉੱਥੇ ਵੀ ਨਹੀਂ ਹੋਣ ਦੇਣੀ। ਇਹਨੂੰ ਕਹਿੰਦੇ ਨੇ ਸਬਰ ਅੰਦਰ ਸਾਬਰੀ ਤਾਨੇ ਵਹਿ ਜਾਲੀਨ। ਸਬਰ ਸਾਬਰੀ ਭਾਲਦਾ, ਸਦਕ ਭਾਲਦਾ, ਟਿਕਾ ਭਾਲਦਾ। ਤੇ ਸਬਰ ਦੇ ਵਿੱਚ ਰਹਿੰਦਾ ਹੋਇਆ ਮਨੁੱਖ ਆਪਣੇ ਤਨ ਨੂੰ ਜਲਾਉਂਦਾ ਹੈ, ਤਪਾਉਂਦਾ ਹੈ, ਬਹੁਤ ਜ਼ਿਆਦਾ ਕਰੜੀ ਔਰ ਸਖਤ ਮਿਹਨਤ ਕਰਦਾ ਹੈ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਾਬੇ ਬਕਾਲੇ ਦੇ ਸਥਾਨ ਤੇ ਪਹੁੰਚ ਕਰਕੇ ਬਹੁਤ ਜ਼ਿਆਦਾ ਬੰਦਗੀ ਕੀਤੀ, ਨਿਰੰਤਰ ਇੱਕ ਅਕਾਲ ਪੁਰਖ ਦੇ ਵਿੱਚ ਲਵਲੀਨ ਰਹੇ। ਬਹੁਤ ਸਮਾਂ ਬੰਦਗੀ ਹੋਈ, ਬਹੁਤ ਸਮਾਂ ਇਕਾਗਰਤਾ ਦੇ ਨਾਲ ਬੰਦਗੀ ਕੀਤੀ ਹੈ। ਸਬਰ ਅੰਦਰ ਸਾਬਰੀ, ਸਬਰ ਅੰਦਰ ਸਾਬਰੀ, ਸਬਰ ਦੇ ਵਿੱਚ ਸਬਰ ਰੱਖ ਕੇ, ਸਦਕ ਰੱਖ ਕੇ, ਸਾਬਰੀ ਦੇ ਵਿੱਚ ਸਬਰ ਰੱਖ ਕਰਕੇ ਤਨ ਦੇ ਨਾਲ ਭਗਤੀ ਕੀਤੀ ਹੈ। ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਖੁਦਾਏ ਦੇ ਇੰਨੇ ਨਜ਼ਦੀਕ ਨੇ, ਕਿਸੇ ਨੂੰ ਭੇਤ ਨਹੀਂ ਦੇ ਰਹੇ, ਕਿਸੇ ਨੂੰ ਪ੍ਰਤੱਖ ਰੂਪ ਵਿੱਚ ਕਹਿ ਨਹੀਂ ਰਹੇ ਕਿ ਮੈਂ ਹਾਂ ਗੁਰੂ ਮੇਰੇ ਕੋਲ ਆਓ। ਨਹੀਂ, ਧੀਰਮਲ ਵਰਗੇ ਕਹਿ ਰਹੇ ਨੇ ਮੈਂ ਹਾਂ ਗੁਰੂ। ਸਬਰ ਨਹੀਂ, ਸਦਕ ਨਹੀਂ, ਭਰੋਸਾ ਨਹੀਂ। ਸਬਰ ਅੰਦਰ ਸਾਬਰੀ, ਸਬਰ ਦੇ ਵਿੱਚ ਭਰੋਸਾ। ਸਾਬਰੀ ਦਾ ਮਤਲਬ ਭਰੋਸਾ, ਵਿਸ਼ਵਾਸ। ਵਿਸ਼ਵਾਸ ਰੱਖ ਕੇ ਬੰਦਗੀ ਹੁੰਦੀ ਹੈ। ਪਰਮਾਤਮਾ ਦਾ ਨਾਮ ਵਿਸ਼ਵਾਸ ਨਾਲ ਹੀ, ਸਬਰ ਦੇ ਨਾਲ ਹੀ ਲਿਆ ਜਾਂਦਾ, ਭਰੋਸੇ ਦੇ ਨਾਲ ਹੀ ਲਿਆ ਜਾਂਦਾ ਹੈ। ਤੇ ਇਹਨਾਂ ਖੁਦਾਏ ਦੇ ਨਜ਼ਦੀਕ ਹੋ ਜਾਂਦੇ ਨੇ, ਕਿਸੇ ਨੂੰ ਭੇਤ ਨਹੀਂ ਦਿੰਦੇ। ਹੁਣ ਧੀਰਮਲ ਵਰਗੇ ਦੱਸ ਰਹੇ ਨੇ ਵੀ ਆਓ ਭਾਈ ਮੈਂ ਗੁਰੂ, ਮੈਂ ਗੁਰੂ, ਸਾਰਿਆਂ ਨੂੰ ਦੱਸ ਰਿਹਾ। ਹੁਣ ਸੰਗਤ ਜੀ ਕਹਿੰਦੇ ਧੀਰਮਲ ਦੇ ਨਾਲ ਨਾ ਮਾਤਾ ਨਾਨਕੀ ਦੀ ਵਿਚਾਰ ਵਿਗਿਆਨੀ ਸਤਵੀਰ ਸਿੰਘ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ। ਉਹ ਕਹਿੰਦੇ ਮਾਤਾ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਕਹਿਣ ਲੱਗੀ ਧੀਰਮਲ ਇੱਥੇ ਆ ਕੇ ਗੁਰੂ ਬਣ ਬੈਠਾ, ਜੇ ਤੇਰੇ ਵਿੱਚ ਖਿੱਚ ਹੁੰਦੀ ਨਾ ਤੇ ਲੋਕਾਂ ਨੇ ਤੈਨੂੰ ਕਰਤਾਰਪੁਰ ਦੇ ਵਿੱਚ ਹੀ ਜਾ ਕੇ ਮਿਲਣਾ ਸੀ। ਹੁਣ ਜੇ ਮਾੜਾ ਮੋਟਾ ਤੇਰਾ ਸਤਿਕਾਰ ਹੁੰਦਾ, ਤੇਰੀ ਇੱਜ਼ਤ ਹੁੰਦੀ ਹੈ, ਤੇਰਾ ਸਨਮਾਨ ਹੁੰਦਾ, ਇਹ ਕਾਹਦੇ ਕਰਕੇ ਹੁੰਦਾ? ਤੂੰ ਸੋਢੀ ਕੁਲ ਦੇ ਵਿੱਚੋਂ ਹੈ, ਗੁਰੂ ਦੀ ਕੁਲ ਦੇ ਵਿੱਚੋਂ। ਇੱਥੇ ਆ ਕੇ ਗੁਰੂ ਬਣ ਬੈਠਾ ਹੈ, ਸਬਰ ਤੇਰੇ ਵਿੱਚ ਹੈ ਨਹੀਂ, ਲੋਕਾਂ ਨੂੰ ਭਰਮ ਜਾਲ ਦੇ ਵਿੱਚ ਪਾਈ ਜਾਂਦਾ, ਧਨ ਪਦਾਰਥ ਉਹਨਾਂ ਦੇ ਕੋਲੋਂ ਲਈ ਜਾਂਦਾ। ਕਿਸੇ ਨੂੰ ਕੋਈ ਗੁਰੂ ਵਾਲੀ ਗੱਲ ਵੀ ਦੱਸ, ਪਿਆਰ ਵਾਲੀ ਭਗਤੀ ਵਾਲੀ ਗੱਲ ਵੀ ਦੱਸ, ਬਿਲਕੁਲ ਨਹੀਂ ਦੱਸੇਗਾ। ਉਹੀ ਜਿਹਦੇ ਕੋਲ ਆਪ ਹੋਏ, ਭਰਿਆ ਹੋਇਆ ਸੋ ਕਬੂ ਨਾ ਡੋਲ। ਚੂਚਾ ਘੱਟ ਡੋਲਦਾ ਰਹੇਗਾ, ਘੱਟ ਚੂਚਾ।
ਭਰਿਆ ਹੋਇਆ ਘੜਾ ਨਹੀਂ, ਸਬਰ ਨਹੀਂ, ਛੂਛਾ ਘੜਾ ਖਾਲੀ ਹੈ, ਡੋਲੇਗਾ। ਪਰ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਰਿਆ ਹੋਇਆ ਘੜਾ ਬਿਲਕੁਲ ਨਹੀਂ ਡੋਲਦੇ, ਆਪਣੀ ਗੱਲ ਤੇ ਦ੍ਰਿੜ ਨੇ, ਕਾਇਮ ਨੇ। ਮਾਤਾ ਨੇ ਕਿਹਾ ਪ੍ਰਗਟ ਹੋਣ ਦਾ ਸਮਾਂ ਆ ਗਿਆ। ਕਹਿੰਦੇ ਮਾਤਾ ਜੀ ਪਰਮਾਤਮਾ ਤੇ ਭਰੋਸਾ ਰੱਖੋ, ਸਬਰ ਅੰਦਰ ਸਾਬਰੀ, ਸਬਰ ਦੇ ਵਿੱਚ ਵੀ ਸਾਬਰੀ, ਪਰਮਾਤਮਾ ਦੇ ਉੱਤੇ ਪੂਰਨ ਯਕੀਨ ਵੀ ਕੋਈ ਆਵੇਗਾ, ਪ੍ਰਗਟ ਹੋਏਗਾ, ਹੋਣਗੇ। ਫਿਰ ਏਦਾਂ ਨਹੀਂ ਵੀ ਹਾਂ ਆਪ ਕਹਿ ਦਿਓ ਮੈਂ ਆ ਗੁਰੂ, ਨਾ। ਉਹ ਕਹਿਣ ਵਾਲੇ ਧੀਰਮਲ ਵਰਗੇ ਬੈਠੇ ਨੇ, ਕਹਿੰਦੇ ਨੇ ਅਸੀਂ ਆ ਗੁਰੂ। ਮਾਤਾ ਨੇ ਕਿਹਾ, ਕਹਿੰਦੇ ਜੇ ਤੁਹਾਡੇ ਵਿੱਚ ਕੋਈ ਸਬਰ ਸੰਤੋਖ ਹੁੰਦਾ ਤੇ ਲੋਕਾਂ ਨੇ ਤੁਹਾਨੂੰ ਕਰਤਾਰਪੁਰ ਵਿੱਚ ਹੀ ਲੱਭ ਲੈਣਾ ਸੀ। ਕਹਿੰਦੇ ਕੋਈ ਛੁਪਿਆ ਵੀ ਰਹਿ ਸਕਦਾ, ਰਤਨ ਲੁਕਾਇਆ ਲੁਕੇ ਨਹੀਂ, ਜੇ ਕੋ ਰੱਖਿਆ ਲੁਕਾਈ। ਰਤਨ ਨੂੰ ਕੋਈ ਲੁਕਾ ਕੇ ਰੱਖ ਲਵੇ, ਉਹ ਲੁਕਿਆ ਰਹਿ ਸਕਦਾ ਨਹੀਂ, ਇੱਕ ਨਾ ਇੱਕ ਦਿਨ ਉਹਨੇ ਪ੍ਰਗਟ ਹੋ ਜਾਣਾ, ਇੱਕ ਨਾ ਇੱਕ ਦਿਨ ਜ਼ਾਹਰ ਹੋ ਜਾਣਾ। ਤਦ ਕਹਿੰਦੇ ਸਿੱਖ ਸੰਗਤਾਂ ਦੇ ਜਦੋਂ ਇਹਦਾ ਭਰਮ ਜਾਲ ਪੈਂਦਾ ਪਿਆ ਸੀ, ਇੱਕ ਸ਼ਾਹੂਕਾਰ ਵਪਾਰੀ ਮੱਖਣ ਸ਼ਾਹ ਲਵਾਣਾ, ਉਹ ਜਹਾਜ਼ਾਂ ਦੀ ਕਿਰਤ ਕਰਦਾ ਸੀ। ਧਰਮਚੰਦ ਕਰਮਚੰਦ ਦੋ ਸੁਪੁੱਤਰ ਸਨ, ਉਹਦੇ ਪਤਨੀ ਸੀ। 500 ਦੇ ਨਾਲ ਉਹਦੇ ਨੌਕਰ ਕਹਿ ਲੋ ਵੀ, ਉਹਦੇ ਅਹਿਲਕਾਰ ਸਨ, ਕੁਝ ਕੋਲ ਹਥਿਆਰ ਵੀ ਸਨ। ਜਾ ਰਿਹਾ ਸੀ ਕਿਸੇ ਬੰਦਰਗਾਹ ਤੇ ਪਹੁੰਚਣ ਵਾਸਤੇ ਜਹਾਜ਼ ਲੈ ਕੇ। ਜਹਾਜ਼ ਡੁੱਬਣ ਲੱਗਿਆ, ਜਾਂ ਕਹਿ ਲੋ ਜਲਣ ਦੇ ਵਿੱਚ ਫਸ ਗਿਆ। ਜਿਹੜੀ ਵੀ ਛੱਲ ਆਉਂਦੀ ਉਹ ਜਹਾਜ਼ ਨੂੰ ਅੱਗੇ ਨਾ ਲੈ ਕੇ ਜਾਂਦੀ, ਪਿੱਛੇ ਵਾਲੀ ਘਸੀਟ ਕੇ ਲੈ ਜਾਂਦੀ। ਤਾਂ ਜਪਜੀ ਸਾਹਿਬ ਦਾ ਪਾਠ ਉਹਨੇ ਪੜ੍ਹਿਆ। ਧੰਨ ਗੁਰੂ ਨਾਨਕ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਅਸੀਂ ਤੁਹਾਡੇ ਵਰਸਾਏ ਹਾਂ। ਕਿਉਂਕਿ ਮਨਸੁਖ ਸ਼ਾਹ ਜਿਹੜਾ ਵਪਾਰੀ ਸੀ, ਉਹਦੀ ਕੁਲ ਦੇ ਵਿੱਚੋਂ ਹੀ ਦੱਸਿਆ ਜਾਂਦਾ। ਕਹਿੰਦੇ ਵੀ ਉਹਨੇ ਬੇਨਤੀ ਕੀਤੀ, ਜਪਜੀ ਸਾਹਿਬ ਦਾ ਪਾਠ ਕਰਨ ਉਪਰੰਤ ਬੇਨਤੀ ਪ੍ਰਵਾਨ ਹੋਈ। ਜਹਾਜ਼ ਜਿਹੜਾ ਬੰਦਰਗਾਹ ਤੇ ਲੱਗੇ, ਬੜਾ ਧਨ ਪ੍ਰਾਪਤ ਹੋਇਆ, ਬਹੁਤ ਜ਼ਿਆਦਾ ਲਾਭ ਮਿਲਿਆ ਉਹਦਾ। ਹੁਣ ਸੰਗਤ ਜੀ, ਇਤਿਹਾਸਕਾਰ ਵਿਚਾਰਵਾਨ ਕਹਿਣ ਵਾਲੇ ਕਹਿੰਦੇ ਵੀ 500 ਮੋਹਰਾਂ ਦੀ ਬੇਨਤੀ ਕਰ ਦਿੱਤੀ, ਜਾਂ ਇਉਂ ਕਹਿ ਲੋ ਸੁਭਾਵਿਕ ਸ਼ਬਦਾਂ ਦੇ ਵਿੱਚ ਗੁਰੂ ਨੇ ਕਿਹਾ ਦਸਵੰਧ ਦੀ ਭੇਟਾ। ਜਿੰਨੀ ਉਹਨੂੰ ਕਿਰਤ ਹੋਈ, ਜਿੰਨਾ ਉਹਨੂੰ ਲਾਭ ਹੋਇਆ, ਜਾਂ ਜੋ ਵੀ ਆਮਦਨ ਹੋਈ, ਉਹਦਾ 10ਵਾਂ ਹਿੱਸਾ ਦਸਵੰਧ ਰੂਪ ਵਿੱਚ ਲੈ ਕੇ ਉਹ ਗੁਰੂ ਨੂੰ ਭੇਟਾ ਕਰਨ ਵਾਸਤੇ ਚੱਲਿਆ। ਪਹਿਲਾਂ ਕਿੱਥੇ ਗਿਆ? ਦਿੱਲੀ ਦੇ ਧਰਤੀ। ਦਿੱਲੀ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਚੁੱਕੇ ਨੇ, ਅਗਲੇ ਬਚਨ ਕਰਕੇ ਗਏ ਨੇ ਬਾਬਾ ਬਕਾਲੇ। ਸਿੱਖ ਸੰਗਤਾਂ ਨੇ ਕਿਹਾ ਭਾਈ ਦਰਗਾਹ ਮਲ ਜੀ ਗੁਰੂ ਸਾਹਿਬ ਤੋਂ ਵਸਤੂਆਂ ਲੈ ਕਰਕੇ ਸਾਰੀਆਂ ਬਾਬੇ ਬਕਾਲੇ ਪਹੁੰਚੇ, ਤੁਸੀਂ ਵੀ ਉੱਥੇ ਪਹੁੰਚ। ਹੋ ਗਿਆ। 500 ਬੰਦੇ ਨੇ ਨਾਲ, ਉਹਦੇ 2 ਪੁੱਤਰ ਨੇ, ਪਤਨੀ ਹੈ। ਜਦੋਂ ਗਏ ਉੱਥੇ ਜਾ ਕਰਕੇ ਨਾ ਵੇਖਿਆ ਸੋਢੀ ਬੈਠੇ। ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ, ਕਹਿੰਦੇ ਦਸਵੰਧ ਦੀ ਮਾਇਆ ਦੇਣੀ ਉਹਨੇ, ਪਰ ਕਹਿੰਦੇ ਵੀ 2-2 ਮੋਹਰਾਂ, ਪਰ ਕਈਆਂ ਨੇ ਲਿਖਿਆ 5 ਮੋਹਰਾਂ। ਚਲੋ ਆਪਾਂ ਇਹ ਵਿਵਾਦ ਵਿੱਚ ਨਹੀਂ ਪੈਣਾ, 2 ਜਾਂ ਹੋਣ ਜਾਂ 5 ਹੋਣ। ਵੇਖਿਆ ਜਦੋਂ ਅੱਗੇ ਮੰਜੀਦਾਰ ਬੈਠੇ ਨੇ, ਸੋਚ ਵਿਚਾਰ ਕਰਕੇ ਪਰਮਾਤਮਾ ਦੇ ਕੋਲ ਬੇਨਤੀ ਕਰਕੇ, ਸਤਿਗੁਰੂ ਜੀ ਇਹ ਦਸਵੰਧ ਦੀ ਮਾਇਆ ਤੁਹਾਡੀ ਹੈ, ਤੁਹਾਡੇ ਕੋਲ ਹੀ ਅਰਪਣ ਕਰਨੀ ਹੈ। ਗੁਰੂ ਨਾਨਕ ਦੇ ਦਰ ਘਰ ਦੀ ਇਹ ਭੇਟਾ, ਇਹ ਮਾਇਆ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਪਣ ਕਰਨੀ ਹੈ। ਪਰ ਹੁਣ ਇੱਥੇ ਤੇ ਬਹੁਤ ਸ਼ਸ਼ੋ ਪੰਜ ਪਿਆ।